ਹੈਲੋ ਸਟੂਡੈਂਟਸ, ਅੱਜ ਆਪਾਂ ਸੈਕਿੰਡ ਲੈਸਨ ਸ਼ੁਰੂ ਕਰ ਰਹੇ ਹਾਂ। ਪਲਾਂਟਸ ਆਲਸੋ ਬ੍ਰੈਥ ਐਂਡ ਫੀਲ। ਪਲਾਂਟਸ ਪੌਦੇ ਵੀ ਸਾਹ ਲੈਂਦੇ ਹਨ ਅਤੇ ਮਹਿਸੂਸ ਕਰਦੇ ਹਨ। ਪਲਾਂਟਸ ਪੌਦੇ ਆਲਸੋ ਵੀ ਬ੍ਰੈਥ ਸਾਹ ਲੈਣਾ ਐਂਡ ਫੀਲ ਅਤੇ ਮਹਿਸੂਸ ਕਰਨਾ। ਪੌਦੇ ਵੀ ਸਾਹ ਲੈਂਦੇ ਹਨ ਅਤੇ ਮਹਿਸੂਸ ਕਰਦੇ ਹਨ। ਓਕੇ, ਇਹ ਲੈਸਨ ਆਪਣਾ ਅੱਜ ਦਾ, ਅਤੇ ਇਸ ਲੈਸਨ ਨੂੰ ਆਪਾਂ ਰੀਡ ਕਰਾਂਗੇ। ਪਿਆਰੇ ਬੱਚਿਓ, ਆਹ ਲੈਸਨ ਹੈ, ਧਿਆਨ ਨਾਲ ਸਮਝਣਾ ਹੈ। ਆਪਣੀ ਬੁੱਕ ਓਪਨ ਕਰਕੇ ਕੋਈ ਵੀ ਮੁਸ਼ਕਿਲ ਵਰਡ ਆਵੇ, ਡਿਫੀਕਲਟ ਵਰਡ ਹੋਵੇ, ਉਸ ਨੂੰ ਤੁਸੀਂ ਨਾਲ ਦੇ ਨਾਲ ਨੋਟ ਕਰ ਲੈਣਾ ਹੈ। ਆਲ ਆਫ ਅਸ ਨੋ, ਅਸੀਂ ਸਾਰੇ ਜਾਣਦੇ ਹਾਂ ਇਟ ਪਲਾਂਟਸ ਹੈਵ ਲਾਈਫ, ਕਿ ਪੌਦਿਆਂ ਦੇ ਵਿੱਚ ਜ਼ਿੰਦਗੀ ਹੈ। ਬਟ ਹਾਊ ਮੈਨੀ ਆਫ ਅਸ ਨੋ, ਪਰੰਤੂ ਸਾਡੇ ਵਿੱਚੋਂ ਕਿੰਨੇ ਲੋਕ ਜਾਣਦੇ ਹਨ ਦੈਟ ਦੇ ਹੈਵ ਹਾਰਟਸ, ਕਿ ਉਹਨਾਂ ਦੇ ਵਿੱਚ ਹਾਰਟਸ ਵੀ ਹਨ, ਦਿਲ ਵੀ ਹਨ। ਐਂਡ ਕੈਨ ਫੀਲ ਸੀ, ਫੀਲ ਵੀ ਕਰ ਸਕਦੇ ਹਨ ਅਤੇ ਵੇਖ ਵੀ ਸਕਦੇ ਹਨ। ਦਿਸ ਐਕਸਟਰੈਕਟ, ਇਹ ਸਾਰ ਅੰਸ਼, ਜਿਹੜਾ ਐਕਸਟਰੈਕਟ ਹੈ, ਇਹ ਜਿਹੜਾ ਲੈਸਨ ਹੈ, ਇਸਨੇ ਐਕਸਟਰੈਕਟ ਕਿਹਾ ਹੈ, ਸਾਰ ਅੰਸ਼ ਹੈ। ਟੈਲ ਅਸ ਸਮਥਿੰਗ, ਸਾਨੂੰ ਕੁਝ ਦੱਸਦਾ ਹੈ। ਅਬਾਊਟ ਦ ਸਾਇੰਟਿਸਟ, ਉਸ ਸਾਇੰਟਿਸਟ ਬਾਰੇ। ਹੂ ਮੇਡ ਦਿਸ ਡਰਾਮੈਟਿਕ ਡਿਸਕਵਰੀ, ਜਿਸ ਨੇ ਇਸ ਨਾਟਕੀ ਡਿਸਕਵਰੀ ਜਾਂ ਜਿਹੜੀ ਖੋਜ ਹੈ ਉਹ ਕੀਤੀ ਸੀ। ਤਾਂ ਬੱਚੋ, ਆਪਣਾ ਲੈਸਨ ਇੱਥੋਂ ਸ਼ੁਰੂ ਹੋ ਰਿਹਾ ਹੈ। ਇਟ ਵੋਜ਼ ਐਨ ਇਵੈਂਟ, ਇਹ ਇੱਕ ਅਜਿਹੀ ਘਟਨਾ ਸੀ। ਇਟ ਵੋਜ਼ ਐਨ ਇਵੈਂਟ, ਇਵੈਂਟ ਦਾ ਅਰਥ ਹੈ ਘਟਨਾ। ਇਹ ਇੱਕ ਅਜਿਹੀ ਘਟਨਾ ਸੀ ਦੈਟ ਸਰਪ੍ਰਾਈਜ਼ਡ, ਜਿਸ ਨੇ ਹੈਰਾਨ ਕਰ ਦਿੱਤਾ ਦਾ ਸਾਇੰਟੀਫਿਕ ਵਰਲਡ, ਵਿਗਿਆਨਿਕ ਸੰਸਾਰ ਨੂੰ। ਇਟ ਵੋਜ਼ ਐਨ ਅਨਡ੍ਰੀਮਡ ਆਫ ਥਿੰਗ, ਇਹ ਕਿਸੇ ਵੀ ਥਿੰਗ ਜਾਂ ਵਸਤੂ ਦੇ ਬਾਰੇ ਇੱਕ ਸੁਪਨਾ ਲੈਣ ਵਾਲੀ ਗੱਲ ਸੀ। ਹੇਅਰ ਵੋਜ਼ ਅ ਮੈਨ, ਇੱਥੇ ਇੱਕ ਆਦਮੀ ਸੀ। ਹੂ ਹੈਡ ਬਿਲਟ ਏ ਯੂਨੀਕ ਇੰਸਟਰੂਮੈਂਟ, ਜਿਸ ਨੇ ਇੱਕ ਬਹੁਤ ਹੀ ਯੂਨੀਕ ਇੰਸਟਰੂਮੈਂਟ ਬਣਾਇਆ ਸੀ। ਯੂਨੀਕ ਮੀਨ ਬੇਮਿਸਾਲ ਜਾਂ ਨਿਰਾਲਾ, ਇੰਸਟਰੂਮੈਂਟ ਮੀਨ ਯੰਤਰ, ਜਿਸ ਨੇ ਇੱਕ ਬਹੁਤ ਹੀ ਨਿਰਾਲਾ ਯੰਤਰ ਬਣਾਇਆ ਸੀ। ਐਨ ਇੰਸਟਰੂਮੈਂਟ, ਇੱਕ ਅਜਿਹਾ ਯੰਤਰ, ਦੇਟ ਕੁਡ ਮਈਅਰ, ਜੋ ਮਾਪ ਸਕਦਾ ਸੀ। ਮਈਅਰ ਦਾ ਅਰਥ ਹੈ ਮਾਪ ਸਕਣਾ। ਇੱਕ ਅਜਿਹਾ ਯੰਤਰ ਜੋ ਮਾਪ ਸਕਦਾ ਸੀ ਗਰੋਥ ਆਫ ਪਲਾਂਟਸ, ਪੌਦਿਆਂ ਦੇ ਵਿਕਾਸ ਨੂੰ, ਪੌਦਿਆਂ ਦੇ ਵਾਧੇ ਨੂੰ ਮਾਪ ਸਕਦਾ ਸੀ। ਹੇਅਰ ਵੋਜ਼ ਅ ਮੈਨ, ਇੱਥੇ ਇੱਕ ਅਜਿਹਾ ਆਦਮੀ ਸੀ। ਹੂ ਹੈਡ ਪ੍ਰੂਵਡ, ਜਿਸ ਨੇ ਸਿੱਧ ਕੀਤਾ। ਵਿਦ ਦਿਸ ਵੰਡਰਫੁਲ ਮਸ਼ੀਨ, ਇਸ ਅਦਭੁਤ ਮਸ਼ੀਨ ਦੇ ਰਾਹੀਂ। ਦੈਟ ਪਲਾਂਟਸ ਹੈਵ ਹਾਰਟਸ, ਕਿ ਪੌਦਿਆਂ ਦੇ ਵਿੱਚ ਹਾਰਟ ਹਨ, ਦਿਲ ਵੀ ਹੁੰਦੇ ਹਨ। ਐਂਡ ਕੈਨ ਫੀਲ, ਅਤੇ ਮਹਿਸੂਸ ਕਰ ਸਕਦੇ ਹਨ। ਦ ਮਸ਼ੀਨ ਸ਼ੋਡ ਦੈਟ ਪਲਾਂਟਸ ਹੈਵ ਸਾਈਟ, ਇਸ ਮਸ਼ੀਨ ਤੋਂ ਪਤਾ ਲੱਗਿਆ ਕਿ ਪਲਾਂਟਸ ਦੇ ਵਿੱਚ ਸਾਈਟ, ਸਾਈਟ ਮੀਨ ਨਿਗਾਹ ਜਾਂ ਦ੍ਰਿਸ਼ਟੀ, ਮਤਲਬ ਪੌਦੇ ਵੇਖ ਸਕਦੇ ਹਨ। ਸਾਈਟ ਮੀਨ ਨਿਗਾਹ, ਨਜ਼ਰ। ਐਂਡ ਏ ਸੈਂਸ, ਅਤੇ ਪੌਦਿਆਂ ਵਿੱਚ ਇੱਕ ਅਜਿਹੀ ਸੈਂਸ ਹੁੰਦੀ ਹੈ। ਸੈਂਸ ਮੀਨ ਸਮਝਣ ਦੀ ਸ਼ਕਤੀ। ਵਿਚ ਟੈਲ ਦੈਮ, ਜੋ ਉਹਨਾਂ ਨੂੰ ਦੱਸਦਾ ਹੈ। ਦੈਟ ਏ ਸਟ੍ਰੇਂਜਰ ਇਜ਼ ਅਪਰੋਚਿੰਗ, ਕਿ ਕੋਈ ਸਟ੍ਰੇਂਜਰ, ਕੋਈ ਅਜਨਬੀ ਉਹਨਾਂ ਵੱਲ ਆ ਰਿਹਾ ਹੈ। ਅਪਰੋਚਿੰਗ ਦਾ ਅਰਥ ਹੈ ਆਉਣਾ। ਯੋਰ ਇੰਸਟਰੂਮੈਂਟ ਇਜ਼ ਵੰਡਰਫੁਲ ਥਿੰਗ, ਤੁਹਾਡਾ ਇੰਸਟਰੂਮੈਂਟ ਜਾਂ ਤੁਹਾਡਾ ਯੰਤਰ ਇੱਕ ਵੰਡਰਫੁਲ ਥਿੰਗ ਹੈ, ਇੱਕ ਅਦਭੁਤ ਵਸਤੂ ਹੈ। ਸੈਟ ਦਾ ਗ੍ਰੇਟ ਮੈਨ, ਉਹਨਾਂ ਮਹਾਨ ਆਦਮੀਆਂ ਨੇ ਕਿਹਾ। ਹੂ ਹੈਡ ਕਮ, ਜੋ ਆਏ ਸਨ। ਟੂ ਪੈਰਿਸ ਕਾਂਗਰਸ ਆਫ ਸਾਇੰਸ 1900, ਜੋ ਸੰਨ 1900 ਦੇ ਵਿੱਚ ਪੈਰਿਸ ਦੇ ਵਿੱਚ ਇੱਕ ਵਿਗਿਆਨ ਦੀ ਕੋਈ ਕਾਂਗਰਸ ਜਾਂ ਸਭਾ ਹੋਈ ਸੀ। ਉੱਥੇ ਜੋ ਵੀ ਜਿੰਨੇ ਵੀ ਵਿਗਿਆਨਿਕ ਸਨ, ਉਹਨਾਂ ਨੇ ਕਿਹਾ ਯੋਰ ਇੰਸਟਰੂਮੈਂਟ ਇਜ਼ ਅ ਵੰਡਰਫੁਲ ਥਿੰਗ, ਤੁਹਾਡਾ ਇੰਸਟਰੂਮੈਂਟ ਇੱਕ ਬਹੁਤ ਹੀ ਵੰਡਰਫੁਲ ਥਿੰਗ ਹੈ। ਦੇ ਵਰ ਅਮੇਜ਼ਡ, ਉਹ ਹੈਰਾਨ ਹੋ ਗਏ ਸਨ। ਅਮੇਜ਼ਡ ਮੀਨ ਹੈਰਾਨ ਹੋਣਾ।
एज द इन्वेंटर क्योंकि खोजकर्ता ने शोड दैम उन्होंने दिखाया सी हाउ टू यूज द मशीन कि इस मशीन ਨੂੰ ਕਿਵੇਂ ਯੂਜ਼ ਕਰਨਾ ਹੈ। ਵਟ ਡੂ ਯੂ ਕਾਲ ਦਿਸ ਇੰਸਟਰੂਮੈਂਟ ਵਟ ਡੂ ਯੂ ਕਾਲ ਦਿਸ ਇੰਸਟਰੂਮੈਂਟ ਤੁਸੀਂ ਇਸ ਯੰਤਰ ਨੂੰ ਕੀ ਕਹਿ ਕੇ ਬੁਲਾਉਂਦੇ ਹੋ। ਦੇ ਆਸਕਡ ਉਹਨਾਂ ਨੇ ਪੁੱਛਿਆ। ਇਹ ਕ੍ਰਿਸਕੋਗ੍ਰਾਫ ਅਸੀਂ ਇਸ ਨੂੰ ਕ੍ਰਿਸਕੋਗ੍ਰਾਫ ਕਹਿ ਕੇ ਬੁਲਾਉਂਦੇ ਹਾਂ ਵੀ ਜੋ ਮਸ਼ੀਨ ਜਗਦੀਸ਼ ਚੰਦਰ ਬੋਸ ਨੇ ਖੋਜ ਕੀਤੀ ਸੀ ਉਸ ਦਾ ਨਾਮ ਉਸਨੇ ਰੱਖਿਆ ਸੀ ਕ੍ਰਿਸਕੋਗ੍ਰਾਫ। ਰਿਪਲਾਈਡ ਜਗਦੀਸ਼ ਚੰਦਰ ਬੋਸ ਨੇ ਰਿਪਲਾਈ ਕੀਤਾ, ਉੱਤਰ ਦਿੱਤਾ। ਦ ਗ੍ਰੇਟ ਸਾਇੰਟਿਸਟ ਜੋ ਕਿ ਮਹਾਨ ਵਿਗਿਆਨਿਕ ਸੀ ਹੂ ਹੈਡ ਬਿਲਟ ਦਿਸ ਵੰਡਰਫੁਲ ਮਸ਼ੀਨ ਜਿਸ ਨੇ ਇਸ ਅਦਭੁਤ ਮਸ਼ੀਨ ਨੂੰ ਬਣਾਇਆ ਸੀ। ਐਂਡ ਵੇਅਰ ਵੋਜ਼ ਇਟ ਮੇਡ ਅਤੇ ਇਸ ਨੂੰ ਕਿੱਥੇ ਬਣਾਇਆ ਗਿਆ ਸੀ। ਇਸ ਯੰਤਰ ਨੂੰ ਵਿਗਿਆਨੀਆਂ ਨੇ ਪੁੱਛਿਆ ਵੇਅਰ ਵੋਜ਼ ਇਟ ਮੇਡ ਇਸ ਨੂੰ ਕਿੱਥੇ ਬਣਾਇਆ ਗਿਆ ਸੀ। ਦ ਸਾਇੰਟਿਸਟ ਆਸਕਡ ਤਾਂ ਵਿਗਿਆਨਿਕ ਨੇ ਕਿਹਾ ਇਨ ਇੰਡੀਆ ਦੇ ਵਿੱਚ ਇਸ ਨੂੰ ਭਾਰਤ ਦੇ ਵਿੱਚ ਬਣਾਇਆ ਗਿਆ ਸੀ। ਵਾਜ਼ ਦਾ ਆਨਸਰ ਇਹ ਆਨਸਰ ਸੀ। ਦ ਰਿਪਲਾਈ ਕਾਜ਼ਡ ਗ੍ਰੇਟਰ ਸਰਪ੍ਰਾਈਜ਼ਡ ਰਿਪਲਾਈ ਮੀਨ ਉੱਤਰ, ਕਾਜ਼ਡ ਮੀਨ ਕਾਰਨ ਬਣਿਆ, ਗ੍ਰੇਟਰ ਮੀਨ ਬਹੁਤ ਜ਼ਿਆਦਾ, ਸਰਪ੍ਰਾਈਜ਼ ਮੀਨ ਹੈਰਾਨੀ। ਇਸ ਰਿਪਲਾਈ ਦੇ ਨਾਲ ਇਸ ਉੱਤਰ ਦੇ ਨਾਲ ਬਹੁਤ ਜ਼ਿਆਦਾ ਹੈਰਾਨੀ ਹੋਈ ਵੀ ਜੋ ਉੱਥੇ ਵਿਗਿਆਨਿਕ ਸੀਗੇ ਉਹ ਬਹੁਤ ਜ਼ਿਆਦਾ ਹੈਰਾਨ ਹੋ ਗਏ। ਇੰਡੀਆ ਇਨ 19th ਸੈਂਚਰੀ ਇੰਡੀਆ ਜਿਹੜਾ ਸੀ 19th ਸੈਂਚਰੀ ਦੇ ਵਿੱਚ 19ਵੀਂ ਸ਼ਤਾਬਦੀ ਵਿੱਚ ਵਾਜ਼ ਵੈਲ ਨੋਨ ਫੋਰ ਇਟਸ ਗ੍ਰੇਟਨੈਸ ਆਪਣੀ ਮਹਾਨਤਾ ਦੇ ਲਈ ਜਾਣਿਆ ਜਾਂਦਾ ਸੀ। ਇਨ ਦ ਫੀਲਡ ਆਫ ਫਾਈਨ ਆਰਟਸ ਲਿਟਰੇਚਰ ਐਂਡ ਫਿਲੋਸਫੀ ਇੰਡੀਆ ਜਿਹੜਾ ਹੈ ਉਹ 19ਵੀਂ ਸਦੀ ਦੇ ਵਿੱਚ ਆਪਣੀ ਫਾਈਨ ਆਰਟਸ ਦੇ ਲਈ ਕਲਾਵਾਂ, ਲਿਟਰੇਚਰ ਸਾਹਿਤ, ਫਿਲੋਸਫੀ ਦਾਰਸ਼ਨਿਕਤਾ ਦੇ ਲਈ ਜਾਣਿਆ ਜਾਂਦਾ ਸੀ। ਬਟ ਇਨ ਦਾ ਫੀਲਡ ਆਫ ਸਾਇੰਸ ਪਰੰਤੂ ਵਿਗਿਆਨ ਦੇ ਖੇਤਰ ਵਿੱਚ ਇਟ ਹੈਡ ਨਾਟ ਪ੍ਰੋਗਰੈਸਡ ਮਚ ਇਸ ਨੇ ਜ਼ਿਆਦਾ ਪ੍ਰੋਗਰੈਸ ਨਹੀਂ ਕੀਤੀ ਸੀ। ਸਰ ਜਗਦੀਸ਼ ਚੰਦਰ ਬੋਸ ਵਿਦ ਹਿਜ ਇਨਵੈਂਸ਼ਨ ਸਰ ਜਗਦੀਸ਼ ਚੰਦਰ ਬੋਸ ਨੇ ਆਪਣੀ ਇਸ ਖੋਜ ਦੇ ਨਾਲ ਮੇਡ ਏ ਨੇਮ ਫੋਰ ਹਿਮਸੈਲਫ ਆਪਣੇ ਆਪ ਦੇ ਲਈ ਵੀ ਨਾਮ ਕਮਾਇਆ ਐਂਡ ਹਿਜ ਕੰਟਰੀ ਅਤੇ ਆਪਣੇ ਦੇਸ਼ ਦੇ ਲਈ ਵੀ ਨਾਮ ਕਮਾਇਆ ਸੀ ਇਨ ਦਾ ਸਾਇੰਟੀਫਿਕ ਵਰਲਡ ਇਸ ਵਿਗਿਆਨਿਕ ਸੰਸਾਰ ਦੇ ਵਿੱਚ।